ਸਾਰੇ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ। ਆਪਾਂ ਪਿਛਲੇ ਕੁਝ ਲੈਕਚਰਾਂ ਤੋਂ ਮੂਵਮੈਂਟ ਚੈਪਟਰ ਦੇ ਉੱਪਰ ਬੇਸਡ ਨੂਮੈਰੀਕਲ ਕਰ ਰਹੇ ਹਾਂ। ਜਨਰਲਾਈਜ਼ ਥਿਊਰਮ ਆਫ ਮੂਵਮੈਂਟ ਦੇ ਉੱਪਰ ਬੇਸਡ ਅੱਜ ਵੀ ਇਹਦੇ ਉੱਪਰ ਬੇਸਡ ਆਪਾਂ ਦੋ ਨੂਮੈਰੀਕਲ ਹੋਰ ਦੇਖਣੇ, ਦੋ ਤਿੰਨ ਨੂਮੈਰੀਕਲ। ਇਹ ਨੂਮੈਰੀਕਲ ਕਾਫੀ ਇੰਪੋਰਟੈਂਟ ਨੇ। मैं स्टेटमेंट पढ़ रहा हूं, एक तो स्टेटमेंट देख लो उसी भी। ये है फोर्सेस P Q R act along the side BC CA AB respectively of triangle ABC if the resultant passes through circumcenter show that P cos A plus Q cos B प्लस आर cos C इक्वल्स टू 0। जो स्टेटमेंट देखते हैं आप, स्टेटमेंट का मीनिंग की बनया। ਇਹਦੇ ਵਿੱਚ ਤਿੰਨ ਕਨਸੈਪਟ ਆਉਣਗੇ ਜੀ, ਤਿੰਨ ਚਾਰ। ਇਹ ਪਹਿਲਾਂ ਲੈਕਚਰ ਸਮਝਾਏ ਹੋਏ ਨੇ ਜੀ। ਸਰਕਮਸੈਂਟਰ, ਸੈਂਟਰੋਇਡ, ਆਰਥੋਸੈਂਟਰ, ਇਨਸੈਂਟਰ। ਜੇ ਨਹੀਂ ਪਤਾ ਤਾਂ ਪਿਛਲੇ ਲੈਕਚਰ ਸੁਣ ਲਿਓ, ਸਮਝਾਇਆ ਸਾਰਾ ਦੇ ਵਿੱਚ ਕਿ ਇਹ ਚਾਰੇ ਕੀ ਹੁੰਦੇ ਹੈਗੇ ਨੇ। ਦੁਬਾਰਾ ਆਪਾਂ ਰਿਪੀਟ ਨਹੀਂ ਕਰਾਂਗੇ ਜ਼ਿਆਦਾ। ਇਹ ਕੋਈ ਟ੍ਰਾਇੰਗਲ ਆ ABC, ਇਹ ਤਾਂ ਇਹ ਤਿੰਨੇ ਇਹਦੇ ਸਾਈਡਾਂ ਦੇ ਅਲੋਂਗ ਤਿੰਨ ਫੋਰਸ ਲੱਗ ਰਹੀਆਂ। ਮੰਨ ਲਓ ਇੱਧਰ P ਫੋਰਸ ਲੱਗ ਰਹੀ ਆ, ਇੱਧਰ Q ਫੋਰਸ, ਇੱਧਰ R ਫੋਰਸ, ਤਿੰਨ ਫੋਰਸਾਂ ਲੱਗ ਰਹੀਆਂ। ਇਹਦਾ ਸਰਕਮਸੈਂਟਰ ਡਰਾ ਕਰਨਾ। ਸਰਕਮਸੈਂਟਰ ਕੀ ਹੁੰਦਾ ਸੀਗਾ? ਜਿੱਥੇ ਪਰਪੈਂਡੀਕੂਲਰ ਬਾਈਸੈਕਟਰ ਆਪਸ ਵਿੱਚ ਮੀਟ ਕਰਦੇ ਨੇ। ਇਹ ਗੱਲਾਂ ਧਿਆਨ ਰੱਖਣੀਆਂ ਨੇ। ਇਹ O ਮੰਨ ਲਿਆ, ਇਹ ਪਰਪੈਂਡੀਕੂਲਰ ਵੀ ਹੈ, ਬਾਈਸੈਕਟ ਵੀ ਕਰ ਰਿਹਾ, ਪਰਪੈਂਡੀਕੂਲਰ ਵੀ ਹੈ, ਬਾਈਸੈਕਟ ਵੀ ਕਰ ਰਿਹਾ ਜੀ, ਪਰਪੈਂਡੀਕੂਲਰ ਵੀ ਹੈ, ਬਾਈਸੈਕਟ ਵੀ ਕਰ ਰਿਹਾ। ਤਿੰਨੇ ਸਾਈਡਾਂ ਇਹ ਦੇ ਬਰਾਬਰ ਆ, ਇਹ ਦੇ ਬਰਾਬਰ ਆ, ਇਹ ਦੇ ਬਰਾਬਰ ਦਿੱਤਾ ਹੋਇਆ ਆਪਾਂ ਨੂੰ। ਇਹ ਪਹਿਲਾਂ ਪੜਿਆ ਹੈ ਸਾਰਾ ਆਪਾਂ ਨੇ, ਪਿਛਲੇ ਲੈਕਚਰ ਬਹੁਤ ਡਿਟੇਲ ਸਮਝਾਇਆ ਸੀ ਇਹਦੇ ਬਾਰੇ। ਤੇ ਇਹ ਆਪਣੇ ਕੋਲ ਜੋ ਇਹਨਾਂ ਤਿੰਨਾਂ ਦਾ ਰਿਜ਼ਲਟੈਂਟ ਹੈ ਉਹ ਸਰਕਮਸੈਂਟਰ ਜੋ ਪਾਸ ਕਰ ਰਿਹਾ, ਇਹਦੇ ਵਿੱਚੋਂ ਪਾਸ ਕਰ ਰਿਹਾ। ਸਮਝਾਉਣ ਵਾਸਤੇ ਵੈਸੇ ਹੀ ਬਣਾਉਣਾ ਡਾਟਰ ਦੇ ਵਿੱਚ। ਇਹਨਾਂ ਦਾ ਰਿਜ਼ਲਟੈਂਟ ਕੀ ਆ? ਮੰਨ ਲਓ R ਡੈਸ਼ ਲੈ ਲਓ, ਤਿੰਨਾਂ ਦਾ ਰਿਜ਼ਲਟੈਂਟ ਆ ਉਹ R ਡੈਸ਼। ਹੁਣ ਇਹ ਆਪਣੇ ਕੋਲ ਕੁਐਸਚਨ ਗਿਵਨ ਹੈ, ਕੁਛ ਆਪਾਂ ਨੇ ਪ੍ਰੂਵ ਕਰਨਾ ਹੈਗਾ। ਪ੍ਰੂਵ ਤਾਂ ਚਲੋ ਦੇਖ ਲੈਂਦੇ ਕੀ ਪ੍ਰੂਵ ਕਰਨਾ ਹੈਗਾ। ਜਿਹੜੀ ਗੱਲ ਸਮਝਾਉਣੀ ਹੈਗੀ ਆ, ਜੇ ਬੱਚੇ ਪੜ੍ਹ ਰਹੇ ਹੋਣਗੇ ਪਤਾ ਹੋਊਗਾ ਕਿ ਇਹਦੇ ਨਾਲ ਦੇ ਕੁਐਸਚਨ PQR ਵਾਲੇ ਲੈਮਿਸਰ ਦੇ ਵਿੱਚ ਵੀ ਆਏ ਸੀਗੇ। ਉਹ ਥੋੜਾ ਦੱਸਣਾ ਹੈਗਾ। ਲੈਮਿਸਰ ਦੇ ਜੋ ਟੌਪਿਕ ਕਰਿਆ ਉਹਦੇ ਵਿੱਚ ਵੀ ਆਏ ਸੀ, ਉਹ 'ਚ ਵੀ ਕਾਫੀ ਇੰਪੋਰਟੈਂਟ ਕੁਐਸਚਨ ਸੀਗੇ। ਕਿਵੇਂ ਆ ਟ੍ਰਾਇੰਗਲ ਹੈਗਾ, ਤਿੰਨ ਫੋਰਸਾਂ ਲੱਗ ਰਹੀਆਂ ਸੀ ਇਹਦੇ ਵਿੱਚ ਅਲੋਂਗ ਐਂਗਲ ਬਾਈਸੈਕਟਰ ਜਾਂ ਅਲੋਂਗ ਪਰਪੈਂਡੀਕੂਲਰ ਬਾਈਸੈਕਟਰ ਲੱਗ ਰਹੀਆਂ ਸੀਗੀਆਂ। ਇਹ ਤਿੰਨ ਫੋਰਸ ਇੱਕ ਪੁਆਇੰਟ ਤੇ ਇੱਥੇ P Q R ਤਿੰਨ ਫੋਰਸ ਇੱਕ ਪੁਆਇੰਟ ਤੇ ਐਕਟ ਕਰ ਰਹੀਆਂ ਸੀ ਤੇ ਇਹਦੇ ਵਿੱਚ ਇਕੁਇਲਿਬਰੀਅਮ ਸੀ, ਤਾਂ ਆਪਾਂ ਲੈਮਿਸਰ ਲਾਈ ਸੀਗੀ। ਇਹ ਤਿੰਨ ਫੋਰਸਾਂ ਸਾਈਡਾਂ ਅਲੋਂਗ ਲੱਗ ਰਹੀਆਂ ਨੇ, ਇਹਦੇ ਵਿੱਚ ਇਕੁਇਲਿਬਰੀਅਮ ਦੀ ਗੱਲ ਕੋਈ ਨਹੀਂ ਕੀਤੀ, ਰਿਜ਼ਲਟੈਂਟ ਹੈ ਇਹਦਾ। ਇਸ ਕਰਕੇ ਲੈਮਿਸਰ ਦਾ ਕਨਸੈਪਟ ਨਹੀਂ ਲੱਗੂਗਾ। ਇਹ ਵਾਲੇ ਕੁਐਸਚਨ ਆਪਾਂ ਮੂਵਮੈਂਟਸ ਕਰਾਂਗੇ। ਇਦਾਂ ਦੇ ਚਾਰ ਕੁਐਸਚਨ ਨੇ। ਪਹਿਲਾਂ ਆਰਥੋਸੈਂਟਰ ਦੀ ਗੱਲ ਕੀਤੀ, ਸਰਕਮਸੈਂਟਰ ਦੀ ਗੱਲ ਕੀਤੀ ਹੈ। ਆਰਥੋਸੈਂਟਰ ਵਾਲਾ ਆਪਾਂ ਕਰਾਂਗੇ, ਸੈਂਟਰੋਇਡ ਤੇ ਇਨਸੈਂਟਰ। ਚਾਰ ਤਰ੍ਹਾਂ ਦੇ ਵਿੱਚ ਕੁਐਸਚਨ ਨੇ, ਜਿਵੇਂ ਲੈਮਿਸਰ ਦੇ ਵਿੱਚ ਕੁਐਸਚਨ ਕਰੇ ਸੀਗੇ ਜੀ ਆਪਾਂ। ਇਹ ਕਾਫੀ ਇੰਪੋਰਟੈਂਟ ਟੌਪਿਕ ਹੈ ਜੀ। ਐਂ ਕਹੋ ਕਿ ਇਸ ਐਕਸਰਸਾਈਜ਼ ਦੇ ਵਿੱਚੋਂ ਸਭ ਤੋਂ ਇੰਪੋਰਟੈਂਟ ਟੌਪਿਕ ਇਹ ਚਾਰ ਕੁਐਸਚਨ ਨੇ। ਸਰਕਮਸੈਂਟਰ ਉੱਪਰ ਬੇਸਡ, ਆਰਥੋਸੈਂਟਰ, ਇਨਸੈਂਟਰ ਤੇ ਸੈਂਟਰੋਇਡ ਉੱਪਰ। ਤੇ ਚਲੋ ਆਹ ਦੇਖਣਾ ਆਪਾਂ ਨੇ। ਇਹਦੇ ਵਿੱਚੋਂ ਹੁਣ ਇਹ 'ਚ ਕਰਨਾ ਕਿਵੇਂ ਉਹ ਗੱਲ ਦੇਖਣੀ ਹੈ ਆਪਾਂ ਨੇ। ਆਪਾਂ ਨੇ ਰਿਜ਼ਲਟ ਪ੍ਰੂਵ ਕਰਨਾ ਹੈ ਕਿ ਰਿਜ਼ਲਟ ਆਊਗਾ ਇਹਦਾ। ਜਿਨ੍ਹਾਂ ਨੇ ਪਿੱਛੇ ਕੁਐਸਚਨ ਪੜ੍ਹੇ ਹੁਣ, ਦੇਖੇ ਹੁਣ, ਪਤਾ ਹੋਣ ਲੈਮਿਸਰ ਵਾਲੇ ਵੀ, ਉਹਦੇ ਵਿੱਚ ਵੀ 10th ਲੈਵਲ ਦੀ ਜਿਓਮੈਟਰੀ ਯੂਜ਼ ਹੋਈ ਸੀਗੀ। ਇਹ ਚਾਰ ਪ੍ਰਕਾਰ ਦੇ ਕੁਐਸਚਨਾਂ ਵਿੱਚ, ਇਹਦੇ ਵਿੱਚ ਇਹ ਚਾਰ ਟਾਈਪ ਦੇ ਕੁਐਸਚਨ 'ਚ ਆਪਾਂ ਜਿਓਮੈਟਰੀ ਯੂਜ਼ ਕਰਾਂਗੇ। ਸੋ P cos A, Q cos B, Q R cos C equal to 0। ਇਹ ਸ਼ੋ ਕਰਨਾ ਆਪਾਂ ਨੇ। ਇਹਦਾ ਪਹਿਲਾਂ ਕਨਸੈਪਟ ਸਮਝਣਾ ਕਿ ਇਹਦੇ ਵਿੱਚ ਕਨਸੈਪਟ ਕੀ ਹੈ ਜੀ। ਸੋ ਕਨਸੈਪਟ ਕੀ ਹੈ ਜੀ, ਉਹਦੇ ਵਾਸਤੇ कि आपने जनरलाइजेशन की हैगी आ कि किसी एक पॉइंट के अबाउट तिन्ने फोर्सेस का जे मूवमेंट कढ़ांगे
ਕਿਸੇ ਇੱਕ ਪੁਆਇੰਟ ਦੇ ਅਬਾਊਟ ਤਿੰਨੇ ਫੋਰਸ ਦਾ ਮੂਵਮੈਂਟ ਕੱਢਾਂਗੇ, ਉਹਦਾ ਅਲਜੈਬਰਿਕ ਸਮ ਕਰਾਂਗੇ, ਉਹ ਰਿਜ਼ਲਟੈਂਟ ਦੇ ਮੂਵਮੈਂਟ ਦੇ ਬਰਾਬਰ ਆਊਗਾ। ਸੋ ਇਹਦਾ ਕੱਢ ਲਾਂਗੇ ਮੂਵਮੈਂਟ, ਇਹਦਾ ਕੱਢ ਲਾਂਗੇ, ਇਹਦਾ ਕੱਢ ਲਾਂਗੇ, ਕੋਈ ਇੱਕ ਪੁਆਇੰਟ ਚੂਜ਼ ਕਰ ਲਵਾਂਗੇ, ਉਹਦੇ ਫਿਰ ਇਹਦਾ ਕੱਢ ਲਵਾਂਗੇ, ਬਰਾਬਰ ਕਰ ਦਾਂਗੇ ਅਲਜੈਬਰਿਕ ਸਮ ਕਰਕੇ। ਜਿਹਨੇ ਪਿਛਲੇ ਲੈਕਚਰ ਲਾਇਆ ਹੁਣ ਦੱਸਿਆ ਸੀਗਾ ਕਿ ਮੂਵਮੈਂਟ ਉਸ ਪੁਆਇੰਟ ਦੇ ਅਬਾਊਟ ਕੱਢ ਲਵੋ ਜਿਹ ਚੋਂ ਵੱਧ ਤੋਂ ਵੱਧ ਫੋਰਸਾਂ ਨਿਕਲ ਰਹੀਆਂ ਹੋਣ, ਕਿਉਂ ਡਿਸਟੈਂਸ ਡੀ ਕੱਢਣਾ ਸੌਖਾ ਹੁੰਦਾ ਉਹਦੇ ਵਿੱਚ। ਜੇ B ਪੁਆਇੰਟ ਅਬਾਊਟ ਕੱਢਾਂਗੇ ਫਿਰ P ਤੇ R 0 ਬਣ ਜਾਏ, ਇਕੱਲਾ Q ਨਿਕਲ ਜਾਏਗਾ। ਪਰ ਇਹਨਾਂ ਕੁਐਸਚਨ 'ਚ ਗੱਲ ਧਿਆਨ ਰੱਖਣੀ ਹੈ, ਜਿਹੜੀ ਗੱਲ ਦੇਖਣੀ ਹੈ, P 0 ਨਹੀਂ ਕੀਤਾ ਉਹਨੇ, Q ਵੀ 0 ਨਹੀਂ ਕੀਤਾ, R ਵੀ 0 ਨਹੀਂ ਕੀਤਾ। ਜੇ ਆਪਾਂ ਪੁਆਇੰਟ B ਚੂਜ਼ ਕਰਾਂਗੇ ਤਾਂ P into 0 ਹੋ ਜਾਏਗਾ ਜੀ, ਪਰ ਫਿਰ P ਖਤਮ ਹੋ ਜਾਏਗਾ, ਅੱਗੇ R into ਕਿੰਨਾ ਹੋ ਜਾਏਗਾ 0 ਹੋ ਜਾਏਗਾ, Q into ਕਿੰਨਾ ਹੋਊਗਾ ਕੁਛ ਨਾ ਕੁਛ ਆਏਗਾ, ਦੇਖ ਲਵਾਂਗੇ ਚਲੋ। ਇਕੁਅਲ ਟੂ R ਡੈਸ਼ ਇੰਟੂ ਇੱਥੋਂ R ਉੱਪਰ ਡਿਸਟੈਂਸ ਮਾਰਾਂਗੇ ਪਰਪੈਂਡੀਕੂਲਰ, ਇਹ ਵੀ ਕੁਛ ਨਾ ਕੁਛ ਆਏਗਾ। ਹੁਣ ਇਹ ਗੱਲ ਧਿਆਨ ਰੱਖਣੀ ਆ ਆਪਾਂ ਕਿ ਪੁਆਇੰਟ ਜੇ ਆਪਾਂ B ਦੇ ਅਬਾਊਟ ਕੱਢਾਂਗੇ ਤਾਂ ਜੋ ਆਪਾਂ ਨੇ ਪ੍ਰੂਵ ਕਰਨਾ ਉਹ ਆਂਸਰ ਨਹੀਂ ਆਣਾ। ਕੱਲਾ ਮੂਵਮੈਂਟ ਕੱਢਣ ਵਾਸਤੇ ਨਹੀਂ ਕਿਹਾ ਉਹਨਾਂ ਨੇ ਪ੍ਰੂਵ ਕਰਨ ਵਾਸਤੇ ਕਿਹਾ। P ਵੀ ਆਉਣਾ ਚਾਹੀਦਾ, Q ਵੀ, R ਵੀ। R ਡੈਸ਼ ਨਹੀਂ ਆ ਰਿਹਾ, ਇਹ ਖਤਮ ਕਰਨਾ ਆਪਾਂ R ਡੈਸ਼। ਤਾਂ R ਡੈਸ਼ ਕਿਵੇਂ ਖਤਮ ਕਰਾਂਗੇ? ਜੇ ਮੂਵਮੈਂਟ ਅਬਾਊਟ O ਕੱਢੀਏ ਤਾਂ O ਪੁਆਇੰਟ ਵਿੱਚੋਂ ਪਾਸ ਕਰ ਰਿਹਾ ਰਿਜ਼ਲਟੈਂਟ, ਤਾਂ ਤੁਹਾਨੂੰ ਧਿਆਨ ਚ ਆ ਗਿਆ ਹੋਣਾ। ਫਿਰ ਇੱਥੋਂ R ਡੈਸ਼ ਇੰਟੂ 0, ਫਿਰ ਇਹ ਖਤਮ ਹੋ ਜਾਏਗਾ। ਤਾਂ ਇਹ ਜਿੰਨੇ ਵੀ ਕੁਐਸਚਨ ਕਰਾਂਗੇ, ਜੇ ਉਹਨਾਂ ਕਿਹਾ ਸਰਕਮਸੈਂਟਰ, ਇਨ ਸੈਂਟਰ, ਸੈਂਟਰੋਇਡ, ਆਫ ਸੈਂਟਰ, ਤਾਂ ਇਹ ਸਰਕਮਸੈਂਟਰ ਦਾ ਕੁਐਸਚਨ ਹੈ। ਸਰਕਮਸੈਂਟਰ ਦੇ ਅਬਾਊਟ ਆਪਾਂ ਮੂਵਮੈਂਟ ਕੱਢਾਂਗੇ ਜੀ, ਕਿਉਂਕਿ ਇੱਥੋਂ ਫਿਰ ਰਿਜ਼ਲਟੈਂਟ 0 ਹੋ ਜਾਊਗਾ, ਫਿਰ ਆਪਣਾ ਆਂਸਰ ਆ ਜਾਏਗਾ। ਤਾਂ ਸਭ ਤੋਂ ਪਹਿਲੀ ਗੱਲ ਦੇ ਵਿੱਚ ਇਹ ਸੀਗੀ ਕਿਹੜੇ ਪੁਆਇੰਟ ਦੇ ਅਬਾਊਟ ਆਪਾਂ ਨੇ ਮੂਵਮੈਂਟ ਕੱਢਣਾ ਹੈ। ਮੈਨੂੰ ਇਹ ਲੱਗ ਗਿਆ ਪਤਾ ਕਿ ਮੂਵਮੈਂਟ ਅਬਾਊਟ O ਕੱਢਾਂਗੇ। ਹੁਣ ਅੱਗੇ ਚੱਲਦੇ ਹਾਂ। ਹੁਣ ਜੇ ਮੂਵਮੈਂਟ ਅਬਾਊਟ O ਕੱਢਣਾ ਹੈਗਾ ਤਾਂ P ਦਾ ਮੂਵਮੈਂਟ ਅਬਾਊਟ O ਕੀ ਆਊਗਾ? ਫੋਰਸ ਇਨਟੂ ਪਰਪੈਂਡੀਕੂਲਰ ਡਿਸਟੈਂਸ। ਇਹ ਪਰਪੈਂਡੀਕੂਲਰ ਡਿਸਟੈਂਸ ਮੰਨ ਲਓ ਆਪਾਂ D ਮੰਨ ਲਿਆ, ਇਹ E ਮੰਨ ਲਿਆ, ਇਹ F ਮੰਨ ਲਿਆ। ਹੁਣ ਇੱਥੇ ਜਿਓਮੈਟਰੀ ਯੂਜ਼ ਹੋਊਗੀ ਜੀ ਕਿ ਡਿਸਟੈਂਸ ਕੱਢਣਾ ਆਪਾਂ OD ਡਿਸਟੈਂਸ ਕਿਵੇਂ ਕੱਢਾਂਗੇ? ਉਹੀ ਜੇ ਪਹਿਲਾਂ ਪ੍ਰੈਕਟਿਸ ਕੀਤੇ ਲੈਮਿਸੂਰ ਮੈਂ ਕੁਐਸਚਨ ਕੀਤੇ ਹੋਣੇ, ਉਹ ਤੁਹਾਨੂੰ ਧਿਆਨ ਚ ਨੇ ਜੀ, ਇਹ ਤੁਹਾਨੂੰ ਇਹ ਚ ਹੈਲਪ ਮਿਲ ਜਾਏਗੀ ਜਿਓਮੈਟਰੀ ਦੀ। ਜੇ ਤੁਹਾਨੂੰ ਜਿਓਮੈਟਰੀ 10th ਲੈਵਲ ਦੀ ਯਾਦ ਨਹੀਂ ਹੈਗੀ, ਜੇ ਉਹ ਕੁਐਸਚਨ ਕੀਤੇ ਹੋਣਗੇ ਤੁਹਾਨੂੰ ਕਾਫੀ ਹੈਲਪ ਹੋ ਜਾਏਗੀ ਜੀ। ਨਹੀਂ ਤਾਂ ਅਦਰਵਾਈਜ਼ ਆਪਾਂ ਕਰਾਂਗੇ ਸੋਲਵ ਸਾਰਾ। ਜੋ ਮੇਨ ਕਰ ਰਹੇਗਾ ਬਸ OD ਕੱਢਣਾ ਡਿਸਟੈਂਸ, ਇੱਕ ਡਿਸਟੈਂਸ ਨਿਕਲ ਗਿਆ, ਬਾਕੀ ਸਿਮਿਲਰਲੀ ਕੱਢ ਲਾਂਗੇ ਡਿਸਟੈਂਸ, ਸਿਮੈਟਰੀ ਹੁੰਦੀ ਹੈ। ਬਸ ਇੱਕ ਡਿਸਟੈਂਸ ਕੱਢਣਾ ਆਪਾਂ, ਇਹਦੇ ਵਿੱਚ ਆਪਾਂ ਫਿਰ ਡਿਸਟੈਂਸ OD ਕੱਢ ਰਹੇ ਹਾਂ ਜੀ, OD। ਇਹ ਡਿਸਟੈਂਸ ਕੱਢਦੇ ਆ, ਉਹ ਦੇਖਦੇ ਆ ਕਿਵੇਂ ਕੱਢਣਾ। ਇਹ ਪਹਿਲਾਂ ਵੀ ਯੂਜ਼ ਕੀਤਾ ਹੈ ਆਪਾਂ ਨੇ, ਇਹ A ਹੁੰਦੀ ਹੈ, A ਸਾਹਮਣੇ ਸਾਈਡ ਉਹੀ ਹੈ ਜੀ, ਜਿਹਨੇ ਪਿਛਲਾ ਕੰਮ ਕੀਤਾ ਹੋਊਗਾ ਉਹਨੂੰ ਕੁਝ ਸੌਖਾ ਲੱਗੇਗਾ ਜੀ। ਇਹ C ਹੁੰਦੀ ਹੈ, A ਸਾਹਮਣੇ A ਡਿਸਟੈਂਸ, B ਸਾਹਮਣੇ B, C ਸਾਹਮਣੇ C। ਉਹ ਡਾਇਗਰਾਮ ਖੁੱਲੀ ਬਣਾਉਣੀ ਆ ਤਾਂ ਜੋ ਤੁਹਾਨੂੰ ਸਮਝ ਆ ਜਾਏ ਕਿ ਇਹ ਚ ਹੈ ਕੀ ਹੈ। ਹੁਣ ਆਹ ਡਿਸਟੈਂਸ ਕੱਢਣਾ ਆਪਾਂ ਨੇ, ਤੋ ਧਿਆਨ ਦਿਓ। ਇਹਨੂੰ ਆਪਾਂ ਇਦਾਂ ਜੁਆਇਨ ਕਰ ਲੈਣਾ, ਜੁਆਇਨ ਸਿੱਧੇ ਹੀ ਕਰ ਲੈਣਾ, ਇਹ ਵੀ ਜੁਆਇਨ ਕਰ ਲੈਣਾ। ਇਹ ਸਾਰੀ ਆਪਾਂ 10th ਲੈਵਲ ਜਿਓਮੈਟਰੀ ਯੂਜ਼ ਕਰਾਂਗੇ। ਕੋਈ ਬੱਚਾ ਦੇਖ ਕੇ ਜਾਂ ਜੋ ਦੇਖ ਕੇ ਦੱਸ ਸਕਦਾ ਜੀ ਕਿ ਇਹ ਐਂਗਲ ਕਿੰਨਾ ਹੋਊਗਾ? ਇਹ ਕੱਢ ਸਕਦੇ ਆਪਾਂ। ਹੁਣ ਉਹੀ ਹੈਗਾ, ਪਹਿਲਾਂ ਤੁਸੀਂ 10th ਲੈਵਲ ਨੂੰ ਜਿਓਮੈਟਰੀ ਯਾਦ ਆ ਨਹੀਂ ਯਾਦ, ਇਹ ਮੈਟਰ ਨਹੀਂ ਕਰਦਾ ਹੈਗਾ। ਪਰ ਜਦੋਂ ਹੁਣ ਇਹ ਕਨਸੈਪਟ ਕਰਵਾਏ ਸੀ ਲੈਮਿਸੂਰ ਦੇ ਵਿੱਚ, ਵੀ ਕਿੰਨੀ ਕੁ ਚੰਗੇ ਤੁਹਾਨੂੰ ਕੀਤੇ ਨੇ ਤੇ ਤੁਹਾਨੂੰ ਕਿੰਨੀ ਚੰਗੇ ਤੁਹਾਨੂੰ ਯਾਦ ਹੈਗੇ ਨੇ, ਹੁਣ ਲੱਗ ਜਾਏਗਾ ਪਤਾ ਤੁਹਾਨੂੰ ਆਪਣੇ ਆਪ ਨੂੰ ਜੀ। ਜੇ ਤਾਂ ਇਹ ਸੋਲਵ ਹੋ ਰਿਹਾ ਆਪਣੇ ਆਪ, ਫਿਰ ਤੁਹਾਨੂੰ ਕਨਸੈਪਟ ਯਾਦ ਨੇ। ਅਦਰਵਾਈਜ਼ ਫਿਰ ਜਿਵੇਂ ਪਹਿਲਾਂ ਬਲੈਂਕ ਸੀ, ਆਪਾਂ 10th ਲੈਵਲ ਦੇ ਪਹਿਲਾਂ ਕਨਸੈਪਟ ਨਹੀਂ ਆਉਂਦੇ ਸੀਗੇ, ਉਵੇਂ ਆਪਾਂ ਹੁਣ ਬਲੈਂਕ ਉਹਨੂੰ ਕਰਵਾਉਣ ਦਾ ਕੋਈ ਖਾਸ ਫਾਇਦਾ ਨਹੀਂ ਹੋਇਆ ਹੈਗਾ ਪੁਰਾਣੇ ਕਨਸੈਪਟ। ਧਿਆਨ ਰੱਖੋ ਜੀ, ਆਪਣਾ ਕੰਮ ਹੈ ਸਟੈਟਿਕ ਬੁੱਕ ਨਹੀਂ ਲੰਬੀ ਨਹੀਂ ਹੈਗੀ ਜੀ। ਸਟੈਟਿਕ ਬੁੱਕ ਲੰਬੀ ਕਿਉਂ ਜਾ ਰਹੀ ਹੈਗੀ ਹੈ? ਬਿਕੋਜ਼ ਇਹਦੇ ਵਿੱਚ ਛੋਟੀ ਕਲਾਸ ਦੇ ਕਨਸੈਪਟ ਕਰਵਾਉਣੇ ਪੈ ਰਹੇ ਨੇ। ਜੇ ਛੋਟੀ ਕਲਾਸ ਦੇ ਕਨਸੈਪਟ ਮੈਂ ਸਕਿਪ ਕਰੀ ਜਾਵਾਂ, ਤੁਸੀਂ ਇਹ ਵੀ ਕੀਤਾ, ਤੁਸੀਂ ਇਹ ਵੀ ਕੀਤਾ, ਫਿਰ ਆਪਣੀ ਬੁੱਕ ਬਹੁਤ ਛੇਤੀ ਹੋ ਜਾਏ। ਇਹ ਬੁੱਕ ਨੂੰ ਤਾਂ ਹੀ ਟਾਈਮ ਲੱਗ ਰਿਹਾ ਕਿ ਛੋਟੀ ਕਲਾਸ ਦੇ ਕਨਸੈਪਟ ਇਦਾਂ ਮੰਨ ਕੇ ਚੱਲ ਰਹੇ ਕਿ ਤੁਹਾਨੂੰ ਨਹੀਂ ਆਉਂਦੇ ਹੈਗੇ, ਕਿ ਤੁਹਾਡੀ ਹੈਲਪ ਹੋ ਜਾਏ। ਪਰ ਹੁਣ ਕਰਵਾਉਣ ਤੋਂ ਬਾਅਦ ਵੀ ਜੇ ਤੁਹਾਨੂੰ ਨਹੀਂ ਆਉਂਦੇ ਹੈਗੇ ਫਿਰ ਤੁਹਾਡੀ ਗਲਤੀ, ਫਿਰ ਕੋਈ ਹੱਲ ਨਹੀਂ, ਫਿਰ ਕੋਈ ਸੋਲੂਸ਼ਨ ਨਹੀਂ ਹੈਗਾ। ਫਿਰ ਜਿੰਨੇ ਵਜੇ ਕੋਈ ਲੈਕਚਰ ਸੁਣੀ ਜਾਓ ਜੀ, ਸਮਝ ਕੁਝ ਨਹੀਂ ਆਉਣਾ ਨਾ, ਆਪਣੇ ਆਪ ਕੁਐਸਚਨ ਸੋਲਵ ਹੋਣੇ ਹੈਗੇ। ਜੇ ਮਿਹਨਤ ਕਰੋਗੇ, ਜਿਹੜੇ ਕਨਸੈਪਟ ਪੁਰਾਣੇ ਹੈਗੇ ਨੇ
ਤੁਹਾਨੂੰ ਸਟਾਰਟਿੰਗ 'ਚ ਕਿਹਾ ਸੀ ਕਾਪੀ ਤੇ ਲਿਖ ਲਓ, ਤੁਹਾਨੂੰ ਸੌਖਾ ਰਹੇ ਬਾਅਦ ਚੋਂ ਪੜ੍ਹਨਾ। ਜਿਹੜੇ ਪੜ੍ਹ ਰਹੇ ਹੋਣਗੇ ਉਹਨਾਂ ਦਾ ਇੰਟਰਸਟ ਵੀ ਬਣੂਗਾ ਇਹਦੇ ਵਿੱਚ ਜੀ, ਅਦਰਵਾਈਜ਼ ਤੁਹਾਨੂੰ ਇੱਕ ਔਖਾ ਲੱਗੀ ਜਾਣਾ ਹੈ। ਸੋ ਦੇਖੋ ਧਿਆਨ ਨਾਲ, ਇਹ ਦੁਬਾਰਾ ਕਹਿਣਾ ਪੈਂਦਾ ਹੈਗਾ ਕਿ ਬੱਚੇ ਨਾਲ ਪੜ੍ਹੀ ਜਾਣ। ਹੁਣ ਇਹ ਐਂਗਲ ਆਪਾਂ ਕੱਢ ਸਕਦੇ ਹਾਂ ਜੀ, ਇਹ ਸਮਝਾਉਣ ਵਾਸਤੇ ਆਹ ਸਰਕਲ ਡਰਾ ਕੀਤਾ। ਉਹ ਮੈਂ ਕਹਿੰਦਾ ਡਾਇਗਰਾਮ ਖੁੱਲੀ ਬਣਾਈਓ ਤਾਂ ਜੋ ਤੁਸੀਂ ਆਪ ਕੰਫਿਊਜ਼ ਨਾ ਹੋ ਜਾਓ। ਸਰਕਲ ਦੇ ਵਿੱਚ ਕੀਤਾ ਸੀਗਾ ਕਿ ਐਂਗਲ ਸਬਟੈਂਡ ਬਾय ਐਨ ਆਰਕ ਐਟ ਸੈਂਟਰ ਇਜ਼ ਡਬਲ ਦਾ ਐਂਗਲ ਸਬਟੈਂਡ ਬਾय ਸੇਮ ਆਰਕ ਐਟ ਦਾ ਸਰਕਮਫਰੈਂਸ, ਕਿ ਇਹ ਐਂਗਲ ਨਾਲੋਂ ਇਹ ਵਾਲਾ ਐਂਗਲ ਡਬਲ ਹੋਊਗਾ। ਇੱਥੇ ਸ਼ੁਰੂ ਕਰ ਰਹੇ ਹੈਗਾ ਜੀ ਕਿ ਐਂਗਲ BOC ਇਹ ਟਵਾਈਸ A ਹੋਊਗਾ, ਬਿਕੋਜ਼ ਐਂਗਲ subtend by an arc at center is double at the circumference. Double the circumference. पहली गल ये होगी जी। हुण triangle OBD is congruent to triangle OCD। triangle congruent ਕੀ ਹੁੰਦਾ ਹੈਗਾ? ਹੁਣ ਇਹ ਸਾਰੇ ਗੱਲਾਂ ਐ ਨਹੀਂ ਹੈ ਕਿ ਪਹਿਲਾਂ ਤੁਹਾਨੂੰ ਨਹੀਂ ਕੀਤੀਆਂ ਹੋਈਆਂ, ਇਹ ਸਾਰੀਆਂ ਕਰਵਾਈਆਂ ਹੋਈਆਂ ਗੱਲਾਂ ਨੇ ਜੀ ਕਿ ਟ੍ਰਾਇੰਗਲ ਕੌਂਗਰੂਐਂਟ ਕਿਵੇਂ ਚੈੱਕ ਕਰਨਾ। 4 ਪ੍ਰੋਪਰਟੀਆਂ ਕੀਤੀਆਂ ਸੀ ਆਪਾਂ ਨੇ। ਇਹ ਕੀ ਹੈਗਾ? ਇਹ ਸਾਈਡ ਕਾਮਨ ਆ, OD ਦੋਨਾਂ ਸੇਮ, ਇਹ ਸਾਈਡ ਇਹਦੇ ਬਰਾਬਰ ਕਿਉਂਕਿ ਮਿਡ ਪੁਆਇੰਟ, ਐਂਗਲ 90 ਈਚ। ਇਹ SAS ਪ੍ਰੋਪਰਟੀ ਨਾਲ ਆਪਾਂ ਕਹਿ ਸਕਦੇ ਹਾਂ ਬਾਈ SAS ਇਹ ਟ੍ਰਾਇੰਗਲ ਕੌਂਗਰੂਐਂਟ ਹੋਣਗੇ। ਜੇ ਟ੍ਰਾਇੰਗਲ ਕੌਂਗਰੂਐਂਟ ਹੋਣਗੇ ਤਾਂ ਸਾਰੇ ਪਾਰਟ ਇਕੁਅਲ ਹੁੰਦੇ ਨੇ, ਫਿਰ ਇਹ ਵਾਲਾ ਐਂਗਲ ਇਹਦੇ ਬਰਾਬਰ ਹੋਊਗਾ। therefore ਐਂਗਲ ਇਹ ਜਾ ਕਿੱਧਰ ਆਈਆਂ ਲੱਗ ਜੂ ਪਤਾ, ਐਂਗਲ BOD ਇਕੁਅਲ ਟੂ ਐਂਗਲ COD। ਇਹ ਦੋਨੇ ਐਂਗਲ ਬਰਾਬਰ ਹੋਣਗੇ। ਪੂਰਾ ਐਂਗਲ ਕਿੰਨਾ ਮੰਨਿਆ ਆਪਾਂ? 2 ਅਲਫਾ। ਫਿਰ ਅੱਧਾ ਹੋ ਗਿਆ, ਅੱਧਾ ਕਿੰਨਾ ਹੋਊਗਾ? ਇਹ ਅਲਫਾ। ਹੁਣ ਇਹ ਕਨਸੈਪਟ ਕੀ ਹੋ ਕੀ ਰਿਹਾ, ਆਪਾਂ ਕਿਵੇਂ ਸੋਚਿਆ ਕਿ ਆਹ ਕੱਢਣਾ ਕਿਉਂਕਿ ਪਹਿਲਾਂ ਆਪਾਂ ਕਨਸੈਪਟ ਕੀਤਾ ਹੋਇਆ ਹੈ ਕਿਸੇ ਟ੍ਰਾਇੰਗਲ ਦੇ ਵਿੱਚ ਇੱਕ ਰਾਈਟ ਐਂਗਲ ਟ੍ਰਾਇੰਗਲ ਹੋਵੇ, ਇੱਕ ਐਂਗਲ ਪਤਾ ਹੋਵੇ ਤੇ ਇੱਕ ਕੋਈ ਸਾਈਡ ਪਤਾ ਹੋਵੇ, ਬਾਕੀ 2 ਸਾਈਡਾਂ ਕੱਢ ਸਕਦੇ ਹਾਂ। ਇੱਕ ਕੋਈ ਐਂਗਲ ਪਤਾ ਤੇ ਇੱਕ ਕੋਈ ਸਾਈਡ ਪਤਾ, ਕੋਈ ਮਰਜ਼ੀ ਦਿੱਤੀ ਹੋਵੇ ਚਾਹੇ ਆ, ਬਾਕੀ 2 ਸਾਈਡ ਆਪਾਂ ਕੱਢ ਸਕਦੇ ਹਾਂ ਬਾਈ ਯੂਜ਼ਿੰਗ ਟ੍ਰਿਗੋਨੋਮੈਟ੍ਰਿਕ ਰੇਸ਼ੀਓਜ਼। ਹੁਣ ਇੱਥੇ ਹੀ ਪਹੁੰਚ ਰਹੇ ਹਾਂ ਆਪਾਂ ਆਹ ਟ੍ਰਾਇੰਗਲ ਦੇ ਵਿੱਚ, ਆਹ ਟ੍ਰਾਇੰਗਲ ਲੈ ਰਹੇ ਹਾਂ BOD ਟ੍ਰਾਇੰਗਲ ਦੇ ਵਿੱਚ ਇਹ ਸਾਈਡ ਪਤਾ ਆਪਾਂ ਨੂੰ A/2 ਹੈ। A/2 ਕਿਉਂ ਕਿਹਾ? ਇਹ ਪੂਰੀ ਲੈਂਥ A ਆ ਤੇ ਅੱਧੀ ਕਿੰਨੀ ਹੋਊਗੀ? A/2 ਹੋਊਗੀ, ਅੱਧੀ A/2 ਹੋ ਜੂਗੀ ਜੀ। ਜੇ ਇਹ A/2 ਹੈ, ਇਹ ਐਂਗਲ ਆਪਾਂ ਕੱਢ ਲਿਆ। ਹੁਣ ਇਹ A ਐਂਗਲ, ਇੱਕ ਐਂਗਲ ਪਤਾ, ਇੱਕ ਸਾਈਡ ਪਤਾ, ਆਪਾਂ ਲੱਭ ਲਾਂਗੇ ਪਰਪੈਂਡੀਕੂਲਰ ਵੀ ਆਪਾਂ ਫਾਈਂਡ ਕਰਨਾ। ਆਲਸੋ BD ਕਿੰਨੀ ਹੋਏਗੀ ਜੀ? A/2। ਇਹਨਾਂ ਕੁਐਸਚਨਾਂ ਪ੍ਰੈਕਟਿਸ ਕਰੋ ਧਿਆਨ ਨਾਲ। ਤੇ ਇਹਦੇ ਵਿੱਚੋਂ ਆਪਾਂ ਲਿਆ ਇਨ ਟ੍ਰਾਇੰਗਲ OBD ਟ੍ਰਾਇੰਗਲ ਲਿਆ ਆਪਾਂ ਨੇ OBD। ਪਰਪੈਂਡੀਕੂਲਰ ਲੱਭਣਾ, ਪਰਪੈਂਡੀਕੂਲਰ ਅਪੌਨ ਬੇਸ। ਹੁਣ ਇਹ ਫਿਰ ਗਲਤੀ ਹੈ ਜੀ, ਇਹ ਪਰਪੈਂਡੀਕੂਲਰ ਨਹੀਂ ਹੈਗਾ OD। ਪਰਪੈਂਡੀਕੂਲਰ ਕਿਉਂ ਨਹੀਂ ਹੈਗਾ? ਕਿਉਂਕਿ ਐਂਗਲ ਦੇ ਸਾਹਮਣੇ ਹੁੰਦਾ ਪਰਪੈਂਡੀਕੂਲਰ ਇਹ ਆ, ਇਹ ਬੇਸ ਹੋ ਗਿਆ, 90 ਸਾਹਮਣੇ ਹੁੰਦਾ ਹਾਈਪੋਟਨਸ, ਇਹ ਬੇਸ ਅਪੌਨ ਪਰਪੈਂਡੀਕੂਲਰ ਬਣੇਗਾ। ਤਾਂ ਬੇਸ ਅਪੌਨ ਪਰਪੈਂਡੀਕੂਲਰ ਕੀ ਹੁੰਦਾ ਹੈਗਾ? cot ਥੀਟਾ। ਤਾਂ ਉਹ ਉਧਰ ਲੈ ਕੇ ਚੱਕ ਕੇ ਤੁਹਾਨੂੰ ਕਿਹਾ ਸਿੱਧਾ ਸ਼ਾਰਟਕਟ ਮਾਰਨ ਦੀ ਆਦਤ ਪਾਉਣੀ ਹੈ, ਸਿੱਧਾ ਉਧਰ ਲੈ ਜਾਓ ਮਲਟੀਪਲਾਈ, ਇਹ cot ਥੀਟਾ। cot ਕਿੰਨਾ? A ਆ। ਤਾਂ OD ਕਿੰਨਾ ਆ ਗਿਆ? A cot A। ਹੁਣ ਸਿਮਿਲਰਲੀ OE ਕਿੰਨਾ ਆਊਗਾ? ਇੱਥੋਂ ਸਿਮੈਟਰੀ ਲਾਉਣੀ ਹੈ। ਸਿਮੈਟਰੀ ਕਿਵੇਂ ਸੋਚਣਾ ਆਪਾਂ ਨੇ? OD ਜਿਹੜੀ ਹੈਗੀ ਆ ਉਹ A ਉੱਪਰ ਪਰਪੈਂਡੀਕੂਲਰ ਆ, ਤਾਂ ਉਰੇ ਵੀ A ਆ, ਉਰੇ ਵੀ ਐਂਗਲ A ਆ। ਜਿਹੜੀ OE ਹੈਗੀ ਆ ਉਹ B ਦੇ ਉੱਪਰ ਪਰਪੈਂਡੀਕੂਲਰ ਆ, ਤਾਂ B ਵੀ ਆਊਗਾ B/2 cot B।
ਤੇ ਸਿਮਿਲਰਲੀ ਜਿਹੜਾ ਓ ਐਫ ਉਹ ਆਊਗਾ c/2 cot c। बस आ डिस्टेंस निकल गई, बाकी अपना काम हो जाएगा जी। बट डायग्राम मेन है, डायग्राम क्लीयर बनानी हैगी। हम कट रहे थे मूवमेंट अबाउट ओ लिया, मूवमेंट अबाउट ओ लिया, P इंटू OD, डायरेक्शन चेक कर लो, एंटी क्लॉकवाइज पॉजिटिव आएगा, दूजा Q इंटू OE, ये भी एंटी क्लॉकवाइज आएगा जी, R इंटू OF, ये भी एंटी क्लॉकवाइज आएगा, इक्वल्स टू R डैश इंटू 0, डिस्टेंस 0 आ जाए, O चो पास कर रहा है। तो इथों OD कितना है वैल्यू भर देवांगे आपां, P इंटू A/2 cot A, Q इंटू B/2 cot B, R इंटू C/2 cot C। पर अपना आंसर ए नहीं है जो आप बनाना है। गौर ਨਾਲ देखियो आंसर की बनाना अपने, आंसर विच cos A cos B cos C आ रहे हैं, पर अपना इत्थे cot आई जाता है, नाले स्मॉल ABC आंसर च नहीं आ रहा, अपना आई जा रहा है। तो स्मॉल ABC आप खत्म कर सकते हैं। सारे कंसैप्ट उही ने जिवें आपां लैमिसुर दे विच कीते सीगे जी। वी नो दैट आपां नूं पता है कि A अपॉन साइन A, B अपॉन साइन B, C अपॉन साइन C बराबर होंगे ने, इक्वल टू K मान लिया। ये साइन फॉर्मूला होंगे, काफी यूज किया। A कितना आ जाएगा इथों K साइन A, B कितना आ जाएगा K साइन B, C कितना आ गया K साइन C। ये नंबरिंग 1 च भर दो। Therefore 1 becomes P into sin A/2 into cot A plus Q into sin B/2 cot B again R into sin C/2 cot C इक्वल टू 0। आ 2 तो अद्ध ले जाओ, कैंसिल हो जाएगा। आ देखो कितना आ गया, cot कितना होगा cos अपॉन sin, sin sin कट गया तो P cos A आ गया जी, यह Q cos B आ जाएगा, यह Q R cos C आ जाएगा। ये अपना आंसर। मूवमेंट का कंसेप्ट छोटा जी आ, मूवमेंट का कंसेप्ट सिर्फ आई आया कला, बाकी डिस्टेंस सारे कटने कि पुराना कंसेप्ट है जिहड़ा आपां पिछे कीता होया जी। तो आ क्वेश्चन सीगा जी, एक क्वेश्चन होर करवाना, मैं 2 क्वेश्चन करवाने नाल दे होर। मैं स्टेटमेंट पढ़ रहा, तुसीं भी स्टेटमेंट देख लो। Forces PQR act along the sides BC, CA, AB respectively of triangle ABC if the resultant passes through orthocenter आ गया विच, show that P secant A plus Q secant B plus R secant C equals to 0। जो शो तो आपां देखांगे। हुण ऑर्थोसेंटर हुंदा हैगा, पहला पढ़िया है जी, जिथे परपेंडिकुलर ऑल्टीट्यूड्स क्या सी आपां परपेंडिकुलर, जिथे ऑल्टीट्यूड्स तिन्ने मिलते हैं। डायग्राम वड्डी जी बना लीए, डायग्राम सेंटर जी बनानी हैगी, थोड़ा टेढ़ा बनाना हैगा, पहला गल्लां कीतियां होईयां ने। A B C, ए परपेंडिकुलर ड्रॉ करता जी अपने ਇਹਦੇ ਉੱਪਰ, ਇੱਥੇ ਡਰਾ ਕਰਤਾ परपेंडिकुलर ਇਹਦੇ ਉੱਪਰ, ਤੇ ਆਹ ਡਰਾ ਕਰਤਾ परपेंडिकुलर।
ਇਹ ਸਾਰੇ ਕੀ ਨੇ ਆਲਟੀਟਿਊਡਸ ਨੇ, ਜਿੱਥੇ ਤਿੰਨੇ ਆਲਟੀਟਿਊਡ ਮਿਲਦੇ ਹੈਗੇ ਨੇ ਜੀ। ਇਹਨਾਂ ਦੇ ਵਿੱਚੋਂ ਰਿਜ਼ਲਟੈਂਟ ਪਾਸ ਕਰ ਰਿਹਾ ਹੈਗਾ ਕਿਹਦਾ, ਇੱਕ P ਦਾ, ਇੱਕ Q ਦਾ, ਇੱਕ R ਦਾ। ਇਹ OD ਆ, डिस्टेंस ए ई मान लिया, ए एफ ले लिया। एक कटांगे सिमिलरली, बाकी सिमिलरली कह देवांगे ਆਪਾਂ। ਹੁਣ ਆ डिस्टेंस ਉਵੇਂ ਹੈ ਜੀ, ਆ ਲੈਂਥ ਸਾਰੀ ਕਿੰਨੀ ਹੋਗੀ ए, ਇਹ ਲੈਂਥ ਕਿੰਨੀ ਹੋਗੀ B, ਇਹ ਲੈਂਥ ਸਾਰੀ ਕਿੰਨੀ ਹੋਗੀ C। ਹੁਣ ਮੂਵਮੈਂਟ ਅਬਾਊਟ ਉਵੇਂ ਕੱਢਾਂਗੇ, ਆ O ਕੱਢਾਂਗੇ, ਕਿਉਂ फिर R डैश 0 हो जाएगा, सारा वही प्रोसैस है। हुण OD कढ़ना आप इहदे विच, OD किवें निकलेगा आपने वो गल देखनी कि OD डिस्टेंस जिहड़ा हैगा ओह आपां किवें कढांगे। तो देखो ज्योमैट्री यूज करनी हैगी आपां ने, ये गल पहलां वांगू ही आ। ट्राइंगल दा भाव लवांगे, चाहे आ ले लो ट्राइंगल चाहे आ वा ले लो OBD, एक साइड पता होवे, एक एंगल पता होवे कोई भी, फिर आ निकल जाएगा। ये समझ के चलाना काम कि अपन नूं की पता होवे किवें निकलेगा, रट्टा मारना थोड़ा औखा हो जाएगा। एक ए ट्राइंगल क्यों ले रहा है, बिकॉज इस ट्राइंगल च OD आ रही है, इस साइड किवें निकलूगी। ए ट्राइंगल च एक एंगल पता होवे, एक कोई होर साइड पता होवे, चाहे आ पता होवे चाहे आ पता होवे। जां आ ट्राइंगल ले लो, ए ट्राइंगल दे विच आपां नूं एक कोई एंगल जां आ एंगल पता होवे, चाहे आ पता होवे, एक एंगल पता होवे, जां इन्हां दोवां च कोई एक साइड पता होवे, फिर आ निकल जाएगी। ਜਿਹੜਾ ਮਰਜ਼ੀ ਲੈ ਲਓ, ਜਿਸ ਤਰ੍ਹਾਂ ਮਰਜ਼ੀ, ਇਹ ਵੀ ਹੋ ਸਕਦਾ, ਇਹ ਵੀ ਹੋ ਸਕਦਾ। ਮੈਂ ਇੱਕੋ ਕਰਕੇ ਦਿਖਾ ਰਿਹਾ, ਦੂਜਾ ਫਿਰ ਤੁਸੀਂ ਜਿਹੜਾ ਮਰਜ਼ੀ ਤਰੀਕੇ ਨਾਲ ਕਰ ਸਕਦੇ ਹੋ। ਪਹਿਲਾਂ ਕਰ ਰਹੇ ਹਾਂ ਕਿ ਆਪਾਂ ਸਾਈਡ ਲੱਭ ਰਹੇ ਹਾਂ, ਐਂਗਲ ਬਾਅਦ ਚ ਲੱਭਾਂਗੇ। ਐਂਗਲ ਜਿਹੜਾ ਸੀ ਇਹ ਬਿਲਕੁਲ ਲੈਮਿਸ ਰੂਪ ਚ ਕੱਢਿਆ ਸੀ ਪਿੱਛੇ। ਐਂਗਲ ਦਾ ਕਨਸੈਪਟ ਉਹੀ ਹੈ ਜਿਵੇਂ ਲੈਮਿਸ ਰੂਪ ਦੇ ਵਿੱਚ ਕੁਐਸਚਨ ਕਰੇ ਸੀ ਆਪਾਂ, ਉਹ ਉਦਾਂ ਹੀ ਕਰਾਂਗੇ। ਹੁਣ ਇਹ ਸਾਈਡ ਲੱਭ ਰਹੇ ਹਾਂ, ਇਹ ਵਾਲੀ। ਹੁਣ ਪਹਿਲਾ ਜਿਹੜਾ ਸਰਕਮ ਸੈਂਟਰ ਦਾ ਕੁਐਸਚਨ ਕੀਤਾ ਪਿੱਛੇ ਵਾਲਾ, ਉਹ ਚ ਕੰਮ ਸੌਖਾ ਕੀ ਸੀ, ਮਿਡ ਪੁਆਇੰਟ ਸੀਗਾ, ਤਾਂ ਅੱਧਾ A/2 ਸੌਖਾ ਹੋ ਗਿਆ, ਚ ਮਿਡ ਪੁਆਇੰਟ ਨਹੀਂ ਹੈ ਕੋਈ। ਹੁਣ ਦੇਖੋ ਧਿਆਨ ਨਾਲ ਕਿ ਆਹ ਡਿਸਟੈਂਸ ਕਿਵੇਂ ਆਪਾਂ ਕੱਢਾਂਗੇ। ਇਹ ਡਿਸਟੈਂਸ ਕੱਢਾਂਗੇ ਆਪਾਂ, ਇਹ ਫਰਦਰ ਫਿਰ ਟ੍ਰਾਇੰਗਲ ਚੋਂ ਕੱਢਾਂਗੇ, ਕਿਸੇ ਇੱਕ ਟ੍ਰਾਇੰਗਲ ਚੋਂ, ਇਹ ਫਰਦਰ ਫਿਰ ਇੱਕ ਟ੍ਰਾਇੰਗਲ ਚੋਂ ਕੱਢਾਂਗੇ ਜੀ। ਉਹ ਕਿਵੇਂ, ਜੇ ਆਪਾਂ ਟ੍ਰਾਇੰਗਲ ਕੱਢਣਾ ਇਹ ADC, ਇਹ ਟ੍ਰਾਇੰਗਲ ਲੈ ਲਈਏ ADC, ਐਂਗਲ ਪਤਾ ਇੱਕ C, ਇੱਕ ਸਾਈਡ ਪਤਾ, ਤਾਂ ਇਹ ਟ੍ਰਾਇੰਗਲ ਦੇ ਵਿੱਚੋਂ ਪਹਿਲਾਂ ਸਾਈਡ ਨਿਕਲ ਜਾਏਗੀ। ਇਹ ਕੰਮ ਸਾਰਾ ਸਮਝ ਕੇ ਹੋਊਗਾ ਜੀ, ਬਿਨਾਂ ਪ੍ਰੈਕਟਿਸ ਤੋਂ ਪ੍ਰੋਪਰ ਸਮਝ ਨਹੀਂ ਆਉਣਾ ਹੈਗਾ, ਪ੍ਰੈਕਟਿਸ ਕਰੋ ਨਾਲ। ਤੇ ਇਨ ਟ੍ਰਾਇੰਗਲ ਪਹਿਲਾਂ ਲਿਆ, ਇਨ ਟ੍ਰਾਇੰਗਲ ADC ਟ੍ਰਾਇੰਗਲ ਲਿਆ ਆਪਾਂ ਨੇ। ADC ਟ੍ਰਾਇੰਗਲ ਦੇ ਵਿੱਚ ਸਿੱਧਾ ਕੱਢ ਰਹੇ ਹਾਂ AD, ਇਹ ਲੱਭਣੀ ਹੈ AD ਅਪਨ ਬੇਸ, ਆ ਬੇਸ ਆ, ਬੇਸ ਅਪਨ ਹਾਈਪੋਟੈਨਸ cos ਬਣੇਗਾ ਜੀ, उधर है हाइपोटेनस B cos C आ, ये B cos C हो गया AD, ये तो निकल गया। हुण आ साइड लग गई पता, हुण ये एंगल कटना चाहे एंगल, इन्हां दोनों एक एंगल फाइंड करना अपन, जे ध्यान दे विच होवे ये एंगल निकल जाएगा। ये एंगल किवें निकल जाएगा, इन ट्रायंगल नहीं एंगल किवें कढ़िया सी, कोई नवीं गल नहीं हैगी, लैमिस दे विच कीता सी क्वेश्चन, बिल्कुल सेम ये एंगल कढ़िया सी आपां, ये कढ़िया सी, ये भी कढ़े, दोने कढ़े सी, उवें कढ़ रहे हैं आपां इन ट्रायंगल BFC ट्रायंगल लिया आपां। BFC ट्रायंगल दे विच ये एंगल कितना सारा B, ये एंगल कितना 90, दो एंगल पता होने, तीजा एंगल कितना होगा, मतलब एंगल BFC कितना होगा 180 ਦੇ ਵਿੱਚੋਂ ਇਹ ਦੋ ਐਂਗਲ ਜਿਹੜੇ ਹੈਗੇ ਨੇ ਇਹ ਆਪਾਂ ਜੋੜ ਕੇ ਘਟਾ ਦਾਂਗੇ, ਤਾਂ ਕਿੰਨਾ ਬਣ ਗਿਆ ਜੀ, ਇਹ 90 - B। ਇਹ ਐਂਗਲ 90 - B ਹੋਊਗਾ, 90 - B ਥੋੜਾ ਔਖਾ ਲੱਗ ਰਿਹਾ ਤਾਂ ਇਹ ਐਂਗਲ ਕੱਢ ਲੈਣੇ ਆਪਾਂ, ਜੇ ਔਖਾ ਲੱਗ ਰਿਹਾ ਹੈਗਾ। ਇਨ ਟ੍ਰਾਇੰਗਲ ODC ODC, ਇਹ ਟ੍ਰਾਇੰਗਲ ਦੇ ਵਿੱਚ ਇਹ ਐਂਗਲ 90 - B ਹੈ, ਇਹ ਐਂਗਲ 90 ਦਾ ਕਿੰਨਾ ਹੋਊਗਾ, B ਹੋਊਗਾ। एंगल DOC,
ਜਾਂ COD ਪਾ ਲਓ। ਇਹ ਐਂਗਲ ਕਿੰਨਾ ਹੋਊਗਾ ਜੀ B ਹੋਊਗਾ। ਚਲੋ ਹੁਣ ਲਵਾਂਗੇ ਇਨ ਟਰਾਇੰਗਲ ਦੁਬਾਰਾ ਫੇਰ ਇਨ ਟਰਾਇੰਗਲ ODC। ਇਹ ਲਿਆ ਹੀ ਹੋਇਆ ਜੋ ਦੁਬਾਰਾ ਲਿਖਣ ਦੀ ਲੋੜ ਨਹੀਂ ਹੈਗੀ। ਹੁਣ ਇਹ ਟਰਾਇੰਗਲ ਦੇ ਵਿੱਚ ਇੱਕ ਐਂਗਲ ਲੱਗ ਗਿਆ ਪਤਾ, ਇੱਕ ਸਾਈਡ ਲੱਗ ਗਈ ਪਤਾ ਆਪਾਂ ਨੂੰ। ਫਿਰ ਆਹ ਲੱਭ ਲਾਂਗੇ। ਐਂਗਲ ਦੇ ਸਾਹਮਣੇ ਕੀ ਹੋਊਗਾ ਪਰਪੈਂਡੀਕੂਲਰ, ਲੱਭਣੀ ਕੀ ਹੈ ਆਪਾਂ ਨੇ ਬੇਸ ਅਪੋਨ ਪਰਪੈਂਡੀਕੂਲਰ cot ਥੀਟਾ ਹੋ ਗਿਆ। ਹਾਂ OD ਕਿੰਨਾ ਆਊਗਾ, ਉਧਰ ਚਲੇ ਜਾਊਗਾ DC cot थीटा। थीटा कितना हो रहा B है। चलो वही आ गलती लिखण च मैं गलती करती इत्थे AD नहीं आना सी, DC आना सीगा जी। तो ठीक कर लियो, कटना बेस सीगा मैं लिखता और AD DC अपॉन आना सीगा जी। वो ठीक कर लियो, कोई गल नहीं। ये विच कितना आ गया फिर अपने कोल OD DC वैल्यू भरती अपने B cos C इंटू cot D, एक निकल गया। ਹੁਣ ਸਿਮਿਲਰਲੀ ਬਣਾਉਣਾ ਥੋੜਾ ਔਖਾ ਲੱਗਦਾ ਇਹਦੇ ਵਿੱਚੋਂ ਨਾ। ਸਿਮਿਲਰਲੀ ਕਿਵੇਂ ਬਣਾਈ ਆ ਭਾਈ, ਬਣ ਜਾਏਗਾ B ਨੂੰ C ਚ ਕਰ ਦਾਂਗੇ, C ਨੂੰ A ਚ ਕਰ ਦਾਂਗੇ, B ਨੂੰ A ਚ ਕਰ ਦੇਵਾਂਗੇ, B ਨੂੰ C ਚ ਕਰ ਦੇਵਾਂਗੇ। ਉਸ ਤੋਂ ਪਹਿਲਾਂ ਜਿਵੇਂ ਪਹਿਲਾਂ ਕੀਤਾ ਹੋਇਆ ਆਲਸੋ ਆਪਾਂ ਨੂੰ ਪਤਾ A upon sin A ਜਿਵੇਂ ਪਿੱਛੇ ਆ B upon sin B C upon sin C, ਇਹ ਹੁੰਦੇ ਨੇ ਬਰਾਬਰ। ਇਹਨੂੰ K ਮੰਨ ਲਿਆ ਤਾਂ A ਆ ਗਿਆ ਆਪਣੇ ਕੋਲ K sin A, B आ गया K sin B, C आ गया K sin C। आ B की वैल्यू भर दें फिर है ना कि cot B ते sin B कैंसल हो जाएंगे, पिछे किया अपन इधर लिख रहे हैं। इस तो बाद दिस इंप्लाइज OD, therefore OD ये कितना आ गया B की वैल्यू भरती है आप K sin B K sin B cos C cot B, cot करता अपन ये आ गया K cot cos upon sin, sin sin कट गया cos B cos C। तो सिमिलरली जिहड़ी OE आ ये की आओगी A ऊपर मारा सी परपेंडिकुलर, देखो A नहीं आया बाकी दो आ गए। B जे पर मारा परपेंडिकुलर B नहीं आऊगा बाकी दो आएंगे, मतलब K cos C cos A एंड OF मारा परपेंडिकुलर अपने C ऊपर तो K cos A cos B, A च A ते B आएंगे, ये निकल गए सारे। हम मूवमेंट कट रहे हैं आप इधर लिखते हैं मूवमेंट अबाउट O, मूवमेंट अबाउट O कढ़िया अपन, ये आऊगा P इंटू OD प्लस Q इंटू OE प्लस R इंटू OF इज इक्वल टू R डैश इंटू 0, ये 0 है। बाकी हम डायग्राम की लोड़ नहीं है, ये रद्द कर लेने अपन। OD ਆਪਾਂ ਕੱਢਿਆ ਹੋਇਆ ਜੀ K cos B cos C, OE ਕੱਢਿਆ ਆਪਾਂ K cos C cos A, R OF ਕੱਢਿਆ ਆਪਾਂ K cos A cos B इक्वल टू 0। ਹੁਣ ਸੀਕੈਂਡ ਲੈ ਕੇ ਆਉਣਾ, ਆਂਸਰ ਲੱਗ ਜਾਣਾ ਪਤਾ ਕਿ डिवाइड कर दो, डिवाइड बोथ साइड बाय K, ਤਾਂ ਲਿਆ K ਨਾਲ कैंसल हो जाए। ਅੱਗੇ ਲਵਾਂਗੇ cos A cos B cos C, ਇਹ ਟਰਮ ਨੂੰ ਆਪਾਂ ਦੋਨੇ ਪਾਸੇ ਡਿਵਾਈਡ ਕਰਤਾ। ਦੇਖੋ therefore P ਇਹਨਾਂ ਡਿਵਾਈਡ ਕਰਾਂਗੇ ਤਾਂ K ਵੀ कैंसल हो गया, cos B cos C भी कैंसल हो गया, नीचे इकल्ला cos A बच गया प्लस Q, ਇਹ डिवाइड किया आपने cos C कैंसल हो गया, cos A K कला cos B आ गया, यह डिवाइड किया अपन cos C आ गया। ये बन गया P secant A Q secant B और secant C इक्वल्स टू 0। यही आप प्रूव करना सी। मूवमेंट का कंसैप्ट तो थोड़ा जी है,
ਜਿਹੜਾ ਜ਼ਿਆਦਾ ਕੰਸੈप्ट है ਉਹ ਜੋਮੈਟਰੀ ਦਾ ਹੀ ਇਹਦੇ ਵਿੱਚ। ਚਲੋ ठीक है जी, ਆਹ ਕੁਐਸਚਨ ਕਰਵਾਉਣਾ ਸੀ। ਇੱਕ ਕੁਐਸਚਨ ਹੋਰ ਕਰਵਾਉਣਾ ਜੀ, ਇਹ ਰੱਬ ਕਰ ਦੇਣੇ ਸਰ। ਉਹ ਕੁਐਸਚਨ ਹੈ ਕਿਵੇਂ ਆ ਉਹ ਦੇਖੋ। मैं स्टेटमेंट पार्ट है, स्टेटमेंट देख लो। सेकंड पार्ट देखना आप स्टेटमेंट। फोर्सेस P Q R act alongside BC CA AB of triangle ABC show that। सेकंड पार्ट देखना, P रेशो Q रेशो R इक्वल टू B स्क्वायर माइनस C स्क्वायर cos A, C स्क्वायर माइनस A स्क्वायर cos B, A स्क्वायर माइनस B स्क्वायर cos C। रेशो वाला कंसेप्ट पता होगा, P अपॉन मतलब P अपॉन B स्क्वायर माइनस C स्क्वायर cos A करना इक्वल टू Q अपॉन इक्वल टू R अपॉन होता है। ये पहला कंसेप्ट आ चुके हैं। नाल एक लाइन हो रहा, इफ देयर रिजल्टेंट पासिस थ्रू ऑर्थोसेंटर एंड सर्कमफेरेंट। ਜਿਹੜਾ ਪਹਿਲਾ ਕੁਐਸਚਨ ਕੀਤਾ ਦੇਖੋ ਪਿੱਛੇ ਵਾਲਾ, ਉਹਦੇ ਚ ਰਿਜ਼ਲਟੈਂਟ ਕੱਲਾ ਸਰਕਮਸੈਂਟਰ ਜੋ ਪਾਸ ਕਰ ਰਹੇ ਸੀ। ਜਿਹੜਾ ਹੁਣ ਕੁਐਸਚਨ ਕੀਤਾ ਇਸ ਤੋਂ ਪਹਿਲਾਂ ਹੁਣੀ ਕੀਤਾ, ਉਹ ਚ ਕੱਲਾ ਰਿਜ਼ਲਟੈਂਟ ਆਰਥੋਸੈਂਟਰ ਜੋ ਪਾਸ ਕਰ ਰਹੇ ਸੀ। ਹੁਣ ਇਹ ਰਿਜ਼ਲਟੈਂਟ ਦੋਨਾਂ ਚੋਂ ਪਾਸ ਕਰ ਰਿਹਾ, ਸਰਕਮਸੈਂਟਰ ਚੋਂ ਵੀ ਪਾਸ ਕਰ ਰਿਹਾ, ਆਰਥੋਸੈਂਟਰ ਵਿੱਚ ਵੀ ਪਾਸ ਕਰ ਰਿਹਾ। ਇਹ ਕੁਐਸਚਨ ਕਰਨਾ ਕਿਵੇਂ? ਪਹਿਲਾਂ ਆਪਾਂ ਨੇ ਜਿਵੇਂ ਪਿੱਛੇ ਦੋ ਕੁਐਸਚਨ ਕੀਤੇ ਨੇ, ਦੋ ਕੁਐਸਚਨ ਮਿਕਸ ਨੇ ਇਹਦੇ ਵਿੱਚ। ਪਹਿਲਾਂ ਤੁਸੀਂ ਆਰਥੋਸੈਂਟਰ ਜੋ ਪਾਸ ਕਰਾਉਣਾ, ਸਾਰੀ ਡਾਇਗਰਾਮ ਦੁਆਰਾ ਬਣਾ ਕੇ ਜਿਵੇਂ ਪਿੱਛੇ ਕੁਐਸਚਨ ਕੀਤਾ, रिजल्टेंट आज का क्वेश्चन करवा रहे हैं, नीचे ही पाना चलो। रिजल्टेंट पासिस थ्रू ऑर्थोसेंटर। रिजल्टेंट पासिस थ्रू ऑर्थोसेंटर। ਇਹ ਰਿਜ਼ਲਟ ਪਹਿਲਾਂ ਪ੍ਰੂਵ ਕਰਨਾ ਕਿ ਇਹ ਆਰ ਹੁਣੀ ਪ੍ਰੂਵ ਕੀਤਾ ਸੀਕੈਂਟ ਏ ਸੌਰੀ ਪੀ ਸੀਕੈਂਟ ਏ ਕਿਊ ਸੀਕੈਂਟ ਬੀ ਆਰ ਸੀਕੈਂਟ ਸੀ ਇਕੁਅਲ ਟੂ 0 ਹੁੰਦਾ। ਪਹਿਲਾਂ ਇਹ ਕੁਐਸਚਨ ਸਾਰਾ ਪ੍ਰੂਵ ਕਰਨਾ, ਮੈਂ ਸਿੱਧਾ ਲਿਖ ਰਿਹਾ। ਐਂਡ ਹੋਰ ਕੀ ਗਿਵਨ ਆਪਾਂ ਨੂੰ, ਰਿਜ਼ਲਟੈਂਟ ਪਾਸਿਸ ਥਰੂ ਸਰਕਮਸੈਂਟਰ। ਇਹ ਵੀ ਪ੍ਰੂਵ ਕੀਤਾ ਆਪਾਂ ਹੁਣੀ, P cos A Q cos B R cos C। ਪਹਿਲਾਂ ਇਹ ਦੋ ਕੁਐਸਚਨ ਆਪਾਂ ਅਲੱਗ-ਅਲੱਗ ਪ੍ਰੂਵ ਕਰਨੇ ਨੇ, ਦੋ ਕੁਐਸਚਨ ਮਿਕਸ ਹੋ ਗਏ ਕਿਉਂਕਿ ਰਿਜ਼ਲਟੈਂਟ ਆਰਥੋਸੈਂਟਰ ਵਿੱਚ ਵੀ ਪਾਸ ਕਰ ਰਿਹਾ, ਸੈਂਟਰ ਸਰਕਮਸੈਂਟਰ ਵੀ ਪਾਸ ਕਰ, ਦੋਨੇ ਪ੍ਰੂਵ ਹੋ ਗਏ ਜੀ। ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਕ੍ਰਾਸ ਮਲਟੀਪਲੀਕੇਸ਼ਨ 2312 ਮੈਥਡ ਲਾ ਕੇ ਸੋਲਵ ਕਰਨਾ। ਜੇ ਪਿੱਛੇ ਕੀਤਾ ਸੀ ਇਹ ਕੁਐਸਚਨ ਇਹਦੇ ਨਾਲ ਦਾ ਆਇਆ ਸੀਗਾ, ਉਹ ਕੀ ਸੀ, P ਅਪੋਨ ਯਾਦ ਹੋਵੇ ਇੱਥੇ ਮਾਈਨਸ Q ਅਪੋਨ ਪਵਾਇਆ ਸੀ ਇਕੁਅਲ ਟੂ R ਅਪੋਨ। ਬਾਕੀ ਸੋਲਵ ਕਰਨਾ ਉਹ ਆਂਸਰ ਆ ਜਾਏਗਾ। P ਵਾਸਤੇ P ਲਿਖੋ ਲਓ, ਸੀਕੈਂਟ B cos C, ਉੱਪਰ ਲਿਆਉਣ ਲੱਗੇ ਮਾਈਨਸ ਕਰਨਾ ਹੁੰਦਾ ਹੈਗਾ ਜੀ, ਮਾਈਨਸ cos B ਸੀਕੈਂਟ C। R अपॉन Q अपॉन Q लिखो लिया, सीकेंट A cos C माइनस cos A सीकेंट C। R वास्ते R लिखो लिया जी अपने, सीकेंट A cos B सीकेंट A cos B माइनस cos A सीकेंट B। बस ये सॉल्व करांगे, जो पूछा वो अपना आंसर आ जाएगा। इन्हां विच यही है, पहला ये दो क्वेश्चन मिक्स हो गए, मतलब दो क्वेश्चन मिक्स हो गए, नाल थोड़ा काम एक्स्ट्रा आ गया। हुण ये सॉल्व कर रहे हैं आप, सारा देखी जाओ नाल। दिस इंप्लाइज P अपन थोड़ा शॉर्टकट मारांगे आप, cos सीकेंट 1 अपॉन cos हो गया, cos C अपॉन cos B अपॉन cos C। एलसीएम ले लो, ये बनेगा cos स्क्वायर C माइनस cos स्क्वायर B अपॉन cos C cos B cos C। जे तां उन्हां ने
कुछ ना कहा हुंदा फिर तो अपना आंसर आ गया सी, पर जो चीज प्रूव करने वास्ते कही हुंदी आ वो मैच करवानी हुंदी है अपनी। ये कर लो जी, माइनस चक के नीचे ले आ रहे हैं सीधा जी, माइनस चक के नीचे लिया नाल एलसीएम ले रहे हैं। जो माइनस चक के आप नीचे लेके जावांगे ये पॉजिटिव हो जाएगा, ये नेगेटिव हो जाएगा। ये बनेगा जी कॉस स्क्वायर ए माइनस कॉस स्क्वायर बी अपॉन कॉस बी कॉस ए। ये चेक कर लियो, सीकेंड ਨੂੰ कन्वर्ट किया जी अपना, बस ਇਹਦੇ ਵਿੱਚ आ जाएगा आर अपॉन ਇਹ ਵੀ कॉस स्क्वायर बी माइनस कॉस स्क्वायर ए कॉस स्क्वायर सी आना सी, थोड़ी गलती होगी, ये कॉस स्क्वायर बी माइनस कॉस स्क्वायर सी अपॉन कॉस ए कॉस बी। फिर गलती होगी कि ए आना सी, थोड़ा ध्यान ना देख लियो, गलती भी चेक कर ली। ये सिर्फ कल आप एलसीएम लिया जी। हुण आंसर अकॉर्डिंग चलना कि आंसर विच की आ रहा है, मैं लिख देवां आंसर की प्रूव करना, आप उत्थे देख के चलांगे। आप पी अपॉन लैके आना जी अपने बी स्क्वेयर माइनस सी स्क्वेयर कॉस ए, ते क्यू अपॉन लैके आना जी अपने सी स्क्वेयर माइनस ए स्क्वेयर कॉस बी, ते आर अपॉन लैके आना अपने ए स्क्वेयर माइनस बी स्क्वेयर कॉस सी। आ बनाना जो बनाना ध्यान च रखना है, पहले कॉस ए कॉस बी कॉस सी ऊपर आ रहे हैं, नीचे नहीं आ रहे। ये मल्टीप्लाई किया फिर अपने मल्टीप्लाई ईच डिनोमिनेटर बाय कॉस ए कॉस बी कॉस सी, इतना मल्टीप्लाई करता आपने। इदा किया क्यों आ जो नीचे मल्टीप्लाई करांगे आप कॉस ए कॉस बी कॉस सी तो कट जाएगा, तो पी अपॉन बाहर कितना बच जू कला कॉस ए अपना चाहिए पूरे 20 के 30 के आ रहे हैं, मतलब कॉस नहीं आ रहा कला 20 ही आ रहा। वो किमें आऊगा देखो, लावांगे आप साइन फॉर्मूला, इनू साइन च कन्वर्ट कर लो दोनों, ये 1 माइनस साइन स्क्वायर 1 माइनस साइन स्क्वायर 1 1 कट जाएगा जी, ये बन जाएगा साइन स्क्वायर बी माइनस साइन स्क्वायर सी, 1 1 कट जाएगा, चेक कर लियो। उम्मीद ये क्यू ना मल्टीप्लाई किया, इतने कॉस बी आ जाएगा जी, ये भी साइन च कन्वर्ट किया, ये बन जाएगा साइन स्क्वायर सी माइनस साइन स्क्वायर 1 1 कट जाएगा जी, कॉस स्क्वायर 1 माइनस साइन स्क्वायर होंगे जी, एंगल सेम आऊगा, तो इधर पा लेने आप इक्वल्स टू आर अपॉन कॉस सी, ये आ गया साइन स्क्वायर ए माइनस साइन स्क्वायर, ये नंबरिंग 1 पा लो। चलो हुण बी सी लैके बन जाएंगे जी ए अपॉन वी आलसो, आपको पता कि ए अपॉन साइन ए बी अपॉन साइन बी सी अपॉन साइन सी इक्वल टू के ले लो। एक नवी चीज मैं होर कर रहा सिर्फ समझाने वास्ते, मैं 1 अपॉन के ले रहा। ये कोई हार्ड एंड फास्ट रूल नहीं है कि हमेशा कॉन्स्टेंट जो मर्जी मान लो, कोई फर्क नहीं पैदा। 1 अपॉन के क्यों ले रहे हैं, के ले लोगे तो भी सही है, मैं जान के 1 अपॉन के ले रहा कि तुहानूं कंसैप्ट होर लग जाए पता कि कंसैप्ट होर इदा भी कर सकते हैं। इनू किया आप साइन ए कितना आऊगा एक ही, जे कला के लोगे तो कंपेयरिंग करके साइन ए अपॉन के है, फर्क तो कोई नहीं है, जिस तरह मर्जी कर लो सेम ही आऊगा आंसर। फिर साइन बी आ गया जी, आ बी के आ गया, साइन सी लिया अपने सी के ये भरता, देयरफॉर 1 बिकम्स 1 बन गया पी अपॉन कॉस ए, ध्यान दिए साइन बी की वैल्यू पर बी स्क्वायर के स्क्वायर, साइन सी की वैल्यू पर सी स्क्वायर के स्क्वायर बाहर काट लो, अंदर की बन गया बी स्क्वायर माइनस सी स्क्वायर।
बिल्कुल सेम इदी फिर क्यू अपॉन ए भी के स्क्वायर बाहर आ जाऊगा जी cos b इत्थे आ जाऊगा सी स्क्वायर माइनस ए स्क्वायर इक्वल टू आर अपॉन ए भी के स्क्वायर बाहर आ गया cos c ये आ गया ए स्क्वायर माइनस बी स्क्वायर के स्क्वायर कैंसिल हो जाएगा जो अपन पूछे अपना आंसर है ये क्वेश्चन काफ़ी इंपॉर्टेंट ने जी ये ट्राई कर लियो जे इन्हां चों कोई प्रॉब्लम हुई तो जिहड़े ग्रुप बने हुए हैं या वीडियो नीचे कमेंट करके पूछ लियो जी थैंक यू।